ਜਿਹੜਾ ਸਹੀ ਢੰਗ ਦਾ ਪ੍ਰਚਾਰ ਹੈ ਉਹ ਗਲਤ ਹੋ ਗਿਆ, ਜਿਹੜਾ ਗਲਤ ਸੀ ਉਹ ਸਹੀ ਹੋ ਚੱਲਿਆ ਸਾਰਿਆਂ ਵਾਸਤੇ। ਹੁਣ ਉਹ ਤਾਂ ਸਾਰੇ ਜੋ ਮਰਜ਼ੀ ਬੋਲੀ ਜਾਣ, ਜਦੋਂ ਕੋਈ ਔਂਕੜ ਖੜੀ ਹੁੰਦੀ ਹੈ, ਮੁਸੀਬਤ ਪੈਂਦੀ ਹੈ, ਆਦੀ ਵਿਆਧੀ ਉਪਾਧੀ ਹੁੰਦੀ ਹੈ, ਤਾਂ ਮੈਨੂੰ ਫੋਨ ਕਰਨਗੇ, ਫਿਰ ਮੇਰੇ ਕੋਲ ਆ ਜਾਂਦੇ ਵੀ ਸਾਡੇ ਤਾਂ ਐਂ ਹੋ ਗਿਆ, ਸਾਡੇ ਤਾਂ ਐਂ ਹੋ ਗਿਆ। ਫਿਰ ਹੁਣ ਜਦੋਂ ਆਉਂਦੇ ਨੇ ਮੈਂ ਕਿਹਾ ਵੀ ਕਲਯੁਗ ਦੇ ਵਿੱਚ ਬ੍ਰਹਮ ਕਵਚ ਹੀ ਸਭ ਤੋਂ ਜ਼ਿਆਦਾ ਬੈਸਟ ਹੈ। ਬ੍ਰਹਮ ਕਵਚ ਸ਼ਸਤਰ ਨਾਮ ਵਾਲਾ, ਜ਼ਿਆਦਾ ਕਿਸੇ ਕੋਲ ਟਾਈਮ ਹੈ ਤਾਂ ਅਕਾਲ ਉਸਤਤ ਕਰ ਲਓ, ਉਹ ਪ੍ਰੈਕਟੀਕਲੀ ਸਾਰਾ ਕੁਝ ਸਾਹਮਣੇ ਆ ਰਿਹਾ। ਅੱਜ ਹੀ ਸਾਨੂੰ ਫੋਨ ਆਇਆ ਸੀ ਰਾਜ ਕਲਕੱਤੇ ਤੋਂ ਸਿੰਘ ਦਾ, ਹਲੇ ਦਾੜੀ ਕੇਸ ਨਹੀਂ ਰੱਖੀ, ਕਥਾ ਸੁਣ ਕੇ ਨਿਤਨੇਮ ਕਰਨ ਲੱਗ ਗਿਆ। ਕਹਿੰਦਾ ਮੈਂ ਮਿਲੂੰਗਾ ਤਾਂ ਦਾੜੀ ਕੇਸ ਰੱਖ ਕੇ ਹੀ ਮਿਲੂੰਗਾ। ਕਹਿੰਦਾ ਮੇਰਾ ਹੁਣ ਮੈਨੂੰ ਸ਼ਰਮ ਆਉਂਦੀ, ਮੈਂ ਸਾਹਮਣੇ ਨਹੀਂ ਆਉਂਦਾ, ਪਰ ਕਹਿੰਦਾ ਪਰਸੋਂ ਕੀ ਹੋਇਆ, ਕਹਿੰਦਾ ਮੇਰੀ ਨੌਕਰੀ ਤੇ ਕੋਈ ਗਲਤੀ ਹੋ ਗਈ, ਮੇਰੀ ਚੁਗਲੀ ਲੱਗ ਗਈ। ਕਹਿੰਦਾ ਅਫਸਰ ਨੂੰ ਜਾ ਚੁਗਲੀ ਲਾਈ ਕਿਸੇ ਨੇ, ਵੱਡੇ ਤੋਂ ਵੱਡੇ ਅਫਸਰ ਨੂੰ, ਕਹਿੰਦਾ ਉਹ ਚੈਕਿੰਗ ਤੇ ਆ ਗਿਆ। ਕਹਿੰਦਾ ਮੈਨੂੰ ਪਤਾ ਸੀ ਉਹ ਕੱਲ ਨੂੰ ਆਉਣਾ, ਮੈਨੂੰ ਸਸਪੈਂਡ ਕਰ ਦੇਣਾ ਜਾਂ ਕੱਢ ਦੂਗਾ। ਕਹਿੰਦਾ ਮੈਂ ਦੇਗ ਬਣਾ ਕੇ ਸਾਰੀ ਰਾਤ ਹੀ ਪਾਠ ਕਰਦਾ ਰਿਹਾ। ਬ੍ਰਹਮ ਕਵਚ ਦਾ ਬੰਦੇ ਨੂੰ ਖਤਰਾ ਹੀ ਹੁੰਦਾ। ਜਿਉਂ ਅਰਦਾਸਾਂ ਕਰਨ ਲੱਗਿਆ, ਪਾਠ ਕਰੀ ਗਿਆ, ਉਹ ਸਾਰਾ ਹੀ ਚੱਕਰ ਉਲਟ ਹੋ ਗਿਆ। ਜਦੋਂ ਅਫਸਰ ਆਇਆ ਉਹ ਆ ਕੇ ਉਹਨੂੰ ਪ੍ਰਮੋਸ਼ਨ ਦੇ ਗਿਆ, ਕਿ ਕੱਢਣਾ ਤਾਂ ਕੀ ਸੀ, ਆਖੋ ਸਤਨਾਮ। ਇਹ ਅੱਜ ਦੀ ਉਹ ਗੱਲ ਹੈ। 15 ਦਿਨ ਪਹਿਲਾਂ ਇਟਲੀ ਤੋਂ ਫੋਨ ਆਇਆ, ਕਹਿੰਦੇ ਅਸੀਂ ਘਰ ਨਵਾਂ ਲਿਆ, ਘਰ ਦੇ ਵਿੱਚ ਖਾਨੀ ਕੀ ਆਵਾਜ਼ ਆਉਂਦੀ ਵੀ ਆਹ ਜਿਹੜਾ ਨਿਆਣਾ ਚੱਕਿਆ ਛਲਾਰੂ ਜਾਂ ਤੂੰ, ਤੇ ਤੂੰ ਇਹ ਕੋਠੇ ਤੋਂ ਛਾਲ ਮਾਰ। ਚੌਥੀ ਮੰਜ਼ਿਲ ਤੋਂ ਉਹ ਕਹਿੰਦੇ ਛਾਲ ਮਾਰਨ ਵੀ ਲੱਗੀ, ਬਾਰ-ਬਾਰ ਕਹਿੰਦੇ ਨੇ ਤੂੰ ਮਰ ਜਾ, ਤੂੰ ਸੜ ਜਾ, ਤੈਨੂੰ ਕੋਠੇ ਸਿੱਟ ਦੇਣਾ। ਦਿਖਦਾ ਕੁਝ ਵੀ ਨਹੀਂ ਕਹਿੰਦੇ। ਮੈਂ ਕਿਹਾ ਇਹਨਾਂ ਚੀਜ਼ਾਂ ਦਾ ਹੱਲ ਸਾਡੇ ਕੋਲ ਨਹੀਂ, ਇਹ ਤਾਂ ਬ੍ਰਹਮ ਕਵਚ ਹੀ ਕਰ। ਜਦ ਬ੍ਰਹਮ ਕਵਚ ਉਹਨਾਂ ਨੇ ਸ਼ੁਰੂ ਕਰ ਦਿੱਤਾ, ਮੈਥੋਂ, ਕਿਉਂਕਿ ਸਾਡੇ ਕੋਲ ਫੋਨ 'ਚ ਹੀ ਹੁੰਦਾ, WhatsApp ਤੇ ਨਾਲ ਹੀ ਭੇਜਦਾ, ਲਿਖਤੀ ਵੀ ਤੇ ਪੜ੍ਹਿਆ ਹੋਇਆ ਵੀ, ਰਿਕਾਰਡਿੰਗ ਵੀ ਭੇਜਦੀ। ਮੈਂ ਕਿਹਾ ਇਹ ਰਿਕਾਰਡਿੰਗ ਨਹੀਂ ਬੰਦ ਕਰਨੀ ਘਰ 'ਚੋਂ, ਰਿਕਾਰਡਿੰਗ ਚੱਲਦੀ ਰਹੀ ਡੇਲੀ। ਮੈਂ ਕਿਹਾ ਦੇਗ ਬਣਾਉਣੀ ਕੇਸੀ ਇਸ਼ਨਾਨ ਕਰਕੇ, ਔਰ ਨਾਲ ਜਪਜੀ ਸਾਹਿਬ ਦਾ ਪਾਠ ਕਰਨਾ, ਆਨੰਦ ਸਾਹਿਬ ਪੜ੍ਹਨਾ ਨਾਲ, ਤੇ ਅਰਦਾਸ ਬੇਨਤੀ ਕਰੀ ਚੱਲਿਓ। ਮੈਂ ਕਿਹਾ ਰਿਪੋਰਟ ਦੇਣੀ ਨਾਲ ਸ਼ਾਮ ਸਵੇਰੇ ਦੱਸਣਾ ਵੀ ਕੀ ਬਣ ਰਿਹਾ। ਪਹਿਲੇ ਦਿਨ ਦੀ ਰਿਪੋਰਟ ਕੀ ਹੈ, ਕਹਿੰਦੇ ਵੀ ਸਾਨੂੰ ਚੀਕਾਂ ਦੀ ਆਵਾਜ਼ ਸੁਣਾਈ ਦਿੰਦੀ, ਬਹੁਤ ਚੀਕਾਂ ਪੈਂਦੀਆਂ। ਮੈਂ ਕਿਹਾ ਉਹ ਅੱਗ ਲੱਗਦੀ ਅਗਲੇ ਨੂੰ। ਹੌਲੀ ਇਹ ਫੇਰ ਉਹ ਪਰੇਸ਼ਾਨ ਕਰਨ, ਫੇਰ ਕਹਿਣੇ ਬੰਦ ਕਰੋ, ਇਹਨੂੰ ਬੰਦ ਕਰੋ। ਉਹਨਾਂ ਨੇ ਕਈ ਸਿੰਘ ਬੁਲਾ ਲਏ ਘਰੇ, ਕਈ ਸਿੰਘ ਬੁਲਾ ਕੇ ਸਾਰਿਆਂ ਨੂੰ ਉੱਚੀ ਪਾਠ ਕਰਨ ਲਾਤਾ। ਉਹ ਫੇਰ ਰੌਲਾ ਪਾਉਣ। ਤੇ ਪਰਸੋਂ ਸਾਨੂੰ ਰਾਹ 'ਚ ਫੋਨ ਆਇਆ 15 ਦਿਨਾਂ ਬਾਅਦ, ਹੁਣ ਕੋਈ ਰੌਲਾ ਨਹੀਂ, ਕੁਛ ਨਹੀਂ ਹੈ, ਬਿਲਕੁਲ ਸ਼ਾਂਤ ਹੋ ਗਿਆ ਸਭ ਕੁਝ, ਸਭ ਦੌੜ ਗਏ ਉੱਥੇ। ਮਹਾਰਾਜ ਦੀ ਬਾਣੀ, ਇਹ ਤਾਂ ਮੈਂ ਇੱਕ ਦੋ ਚੀਜ਼ਾਂ ਸੁਣਾਈਆਂ, ਮੇਰੇ ਨਾਲ ਤਾਂ ਇਸ ਤਰ੍ਹਾਂ ਦੇ ਲੱਖਾਂ ਸੰਗਤਾਂ ਦਾ ਉਧਾਰ ਹੁੰਦਾ ਇਹਨਾਂ ਚੀਜ਼ਾਂ ਦੇ। ਤਾਂ ਮੇਰੇ ਕਹੇ ਤੇ ਯਕੀਨ ਨਾ ਕਰੋ, ਕਰੇ ਤੇ ਯਕੀਨ ਕਰੋਗੇ ਤਾਂ ਕੁਝ ਦਿਸੂਗਾ। ਬ੍ਰਹਮ ਕਵਚ ਮੈਂ ਬਹੁਤ ਸਾਰੇ ਨੂੰ ਕਰ ਲਾ, ਮੈਨੂੰ ਪਤਾ ਵੀ ਇਸ ਵਕਤ ਦਵਾਈ ਕਿਹੜੀ ਦੇਣੀ ਹੈ। ਕਲਯੁਗ ਦਾ ਭਿਆਨਕ ਸਮਾਂ, ਇਹਦੇ ਵਿੱਚ ਜ਼ਰੂਰੀ ਹੈ ਸਾਡੀਆਂ ਫੌਜਾਂ ਦਾ ਪਹਿਰਾ, ਜ਼ਰੂਰੀ ਸਾਡੇ ਤੇ। ਇੱਥੇ ਬਠਿੰਡੇ ਕਈ ਸਿੰਘ ਕਰਦੇ ਬ੍ਰਹਮ ਕਵਚ, ਦੇਸੂ ਸ਼ਹੀਦਾਂ ਪੈਂਦਾ ਸਥਾਨ, ਉੱਥੇ ਕਹਿੰਦੇ ਮੈਂ ਗਿਆ ਤੇ ਸਿੰਘਾਂ ਨੇ ਆਪ ਖੜ ਕੇ ਬਚਨ ਕੀਤੇ ਵੀ ਸਿੰਘਾ ਆ ਬਾਣੀ ਐ ਪੜਿਆ ਕਰ, ਐਂ ਪੜਿਆ ਕਰ। ਮੈਂ ਕਿਹਾ ਦਿਖੇ ਤੈਨੂੰ? ਕਹਿੰਦਾ ਹਾਂ, ਸਾਰੇ ਸਿੰਘ ਖੜੋ। ਉੱਥੇ ਮਹਾਰਾਜ ਦੇ ਵੇਲੇ ਦੇ 5-7 ਸਿੰਘ ਸ਼ਹੀਦ ਹੋਏ ਵੇ ਆ। ਔਰ ਸ੍ਰੀ ਅਨੰਦਪੁਰ ਸਾਹਿਬ ਇੱਕ ਸਿੰਘ ਗਿਆ, ਬਾਬੇ ਬਕਾਲੇ ਦਾ ਹੀ ਆ, ਉਹ ਜਾ ਕੇ ਕਹਿੰਦਾ ਜਦੋਂ ਮੈਂ ਬੈਠਾ ਉੱਥੇ ਤਾਂ ਇੱਕ ਪੀਲੇ ਜਿਹੇ ਕੱਪੜਿਆਂ ਵਿੱਚ ਸਿੰਘ ਆਇਆ, ਬੜੇ ਸ਼ਸਤਰ ਧਾਰੀ, ਆ ਕੇ ਕੋਲ ਬਹਿ ਗਿਆ। ਕਹਿੰਦਾ ਖਾਲਸਾ ਜੀ ਹੁਣ ਉਹ ਗੋਬਿੰਦੇ ਮੁਕੱਦੇ ਜਾਪ ਛੱਡਤਾ? ਕਹਿੰਦੇ ਮੈਂ ਆਖਿਆ ਹਾਂ ਜੀ ਹੁਣ ਟਾਈਮ ਘੱਟ। ਕਹਿੰਦੇ ਤੂੰ ਅੱਗੇ 2.5 ਘੰਟੇ ਕਰਦਾ ਸੀ। ਕਹਿੰਦੇ ਹੌਲੀ ਮੈਂ ਆਖਿਆ ਵੀ ਇਹ ਆਮ ਬੰਦਾ ਤਾਂ ਲੱਗਦਾ ਨਹੀਂ ਹੈਗਾ, ਕੋਈ ਹੋ ਸਕਦਾ ਮਹਾਰਾਜ ਜੀ ਹੋਣ, ਹੋ ਸਕਦਾ ਕੋਈ ਫੌਜਾਂ ਹੀ ਹੋਣ ਸਾਡੀਆਂ। ਕਹਿੰਦੇ ਜਾਪ ਸਾਹਿਬ ਵੀ 5 ਕਰ ਲਿਆ ਕਰ, ਗੋਬਿੰਦੇ ਮੁਕੰਦੇ ਵੀ ਕਰ ਲਿਆ ਕਰ। ਜਦ ਜਾਣ ਲੱਗੇ ਫਤਿਹ ਬੁਲਾਈ ਤਾਂ ਕਹਿੰਦੇ ਵੀ ਫੇਰ ਕਦੋਂ ਮਿਲੋਗੇ? ਕਹਿੰਦੇ ਜਿੱਦਣ 2.5 ਘੰਟੇ ਗੋਬਿੰਦੇ ਮੁਕੰਦੇ ਕਰ ਲਾਂਗੇ ਉਦੋਂ ਹੀ ਖੜ ਜਾਾਂਗੇ ਤੇਰੇ ਕੋਲ ਆ ਕੇ। ਹੁਣ ਖੜਦੇ ਉਹਦੇ ਕੋਲ।
मैं ये गल कहना भी तुसी कमी महाराज कढ़दे हो कि बाणी च कमी कढ़दे हो या दसवीं दी बाणी च कमी कढ़दे हो। अपनियां कमियां कदे गिणियां नहीं भी साडे च किन्नियां कमियां, साडी रहत विच किन्नियां कमियां ने, साडे खाण पीण विच किन्नियां कमियां ने, साडियां किन्नियां को कुरैतां होंदियां। बड़े बड़े चंगे चंगे सिंह गल करनगे मेरे नाल, किरपा नहीं हो रही, ऐ नहीं हो रही। जदों मैं देखदा भी काफ़ी ज़्यादा समा हो गया कहंदे नूं, फॉल्ट कित्थे है? हाँ भी चार करैतां भाई हुक्का जामद हलालो हराम गिनती करके दसी दी भी आ करैत, हाँ जी ये तो हो गई सी गलती जी, फिर मैं तू की भालदा, एक कनैक्शन तो कट्टिया ही होया बई। कुरहत यही थोनू दूर कर, हर सिख कुरहत करी फिरदा, एक माड़ा जिहा हथ लाउण नूं कोई होवे भावें पर कुरहत करी फिरदे। जब असी सही चीज़ सुनाने हैं तो सानू लोग कहते ये गलत बोलता, वो किताब च लिखा, ये कोलों बोलता पता नहीं, ये सही नहीं है। असी तो सही है बोलते हैं, ये अज का नहीं तुरया आउंदा, ये पहलों तो लैके ही सब कुछ तुरया आउंदा। बहुत कुछ इतिहास में जे सुनाउण बैठिए तो कई सालों का काम है, फिर अज आप लड़ीवार कथा सुनोगे तो वो आवेगा। तो इस करके ਜਿਹੜੀਆਂ चीज़ां ने पढ़ाई दे विच ਜਿਹੜੀਆਂ चीज़ां आउंदियां ने ਜਾਂ असलीयत ਜਿਹੜੀਆਂ बख्शिशां ने, पहली गल तो यह भी अपने तुसीं देखो किन्ने गुरसिख बैठे हो, किसी ने पूछो सिख सारे सिख बैठे। हुण देखण वाली गल तो भी सूरज है, सूरज पर धुप नहीं दिंदा है, ये किदां हो सकदा? सूरज ते उहदी धुप, पखा ते पखे की हवा, दो चीज़ां होंदियां। हुण आपां सिख हाँ भी सिक्खी है, सिख तो सारे ही ने पर सिक्खी तो है ही नहीं किसी को। सिक्खी तो भाई मंझ कोल सीगी जां पुराने गुरसिखां कोल सिक्खी सी। सो गुरसिक्खी का सीखना भाई गुरदास जी ने सारा कुछ लिखा ही होया। ਜਿਹੜੀ ਅੱਜ एक चीज बड़ी अपनी खत्म हुई है वो है सिख बहुत देर तक पुरातन गुरसिख रजा विच राजी रह के चलते। असली सिੱਖੀ ਉਹਨੂੰ ਕਹਿੰਦੇ, ਇਹ सिੱਖੀ नहीं ਜਿਹੜੀ ਆਪਾਂ ਅੱਜ ਕਮਾਉਂਦੇ ਆ। रजा विच राजी रहना, पंजवें पातशाह आप तत्ती तवी ते बैठे, तेरा की आ मीठा लागा हर नाम पदार्थ नानक मंग, मीत करा सोई हम माना, मीत के कर्तव्य कुशल समाना। है तो ये औखा, मैं रस्ते च भी यही चीज मेरे दिमाग च यही घूमदा, थोड़े उही घूमदा जो तुसीं करदे हो, जिहड़ा काम तुसीं करदे हो उही घूमी जांदा। मेरे रास्ते सोचा ये चीज नूं भी भाणा मनना बहुत औखा। ये मैं सोचा भी स्टार्टिंग लेनी चाहिए, थोड़ा थोड़ा करके भाणा मनना चाहिए सानूं, फिर असीं हौली हौली वड्डे भाणे वाल नूं वधांगे। क्योंकि जिहड़ी सब तो टॉप क्वालिटी सिੱਖੀ आ ना वो है भाणे वाली सिੱਖੀ। भाणे विच रह के, भाणे विच अमृत है। भाणे जेवड़ दात ना कोई भाणा किसे मनाएगा, तेरा भाणा तू है मनाए है जिसनो होए दयाला। रामकली शब्द पढ़ो च भाणा अखर कितना आया, ਉਹਦੀ कथा भी की है दास ने भी भाणा की चीज। ये हम दो चीज़ां आप मंगते पर अज इन्नी संगत बैठी है, तो अज महाराज नूं की आके मत्था टेक गया, बहुत गिनती 90-99 जनां ने की किया, सुख शांति होवे घर च। बस बच्चों नूं आवे, कोई एक सिख आके कहता महाराज जी सिक्खी बख्शो, नामदान बख्शो, साडे बच्चों नूं सिक्खी मिले, नामदान मिले, बच्चों नूं सिक्खी बख्शो। ये जी चीज पुरातन गुरसिख गुरां तो मंगते रहे। जो चौथे पातशाह नूं गुरता गद्दी दे के विराजमान किया, गुरता गद्दी ते सतगुरु अमरदास महाराज कहन लगे, बाबा बुढ़ा जी ने तिलक ला के मत्था टेक दिता। महाराज अपने बड़े सपुत्र बाबा मोहन जी नूं कहन लगे, बेटा हुण ये साडी जगह गुरता गद्दी दे मालक ने, हुण मत्था टेको। कहंदे मैं तां नहीं टेकदा, मेरी गद्दी इन्हां नूं देती तुसीं। 3 वारी जवाब दिता। महाराज कहंदे आफरिया ही रहेगा चंगा। फिर अफरेमा 5वें पातशाह वेले उतरिया जाके।
ਹੁਣ ਬਾਬਾ ਮੋਹਰੀ ਜੀ ਮੋਹਰੀ ਪੁੱਤ ਸਨਮੁਖ ਹੋ ਕੇ ਬੋਲੇ, ਉਹਨਾਂ ਨੇ ਮੱਥਾ ਟੇਕਤਾ ਜਾ ਕੇ ਕਿ ਪਿਤਾ ਜੀ ਮੈਂ ਇਹਨਾਂ ਨੂੰ ਸਤਿਗੁਰ ਮੰਨਦਾ, ਮੈਨੂੰ ਪਤਾ ਤੁਸੀਂ ਇਹਨਾਂ ਨੂੰ ਗੁਰਤਾ ਗੱਦੀ ਦੀਆਂ ਬਖਸ਼ਿਸ਼ਾਂ ਸਾਰੀਆਂ ਦੇਤੀਆਂ ਨੇ। ਸਤਿਗੁਰੂ ਜੀ ਖੁਸ਼ ਹੋ ਕੇ ਕਹਿੰਦੇ, ਪੁੱਤਰ ਮੋਹਰੀ ਲੋਕਾਂ ਦੀਆਂ 21 ਕੋਲਾਂ ਕਰਦੀਆਂ, ਬੇਟਾ ਤੇਰੀਆਂ 42 ਕਰਨਗੀਆਂ, ਤੂੰ ਸਾਡਾ ਬਚਨਮਈ ਹੈ ਔਰ ਤੈਨੂੰ ਅਸੀਂ ਸਿੱਖੀ ਦੀ ਪਦਵੀ ਦਿੰਦੇ ਹਾਂ, ਸਿੱਖੀ ਦੀ ਪਦਵੀ। ਔਰ ਗੁਰੂ ਰਾਮਦਾਸ ਜੀ ਉੱਠ ਕੇ ਖੜੇ ਹੋ ਗਏ। हे ਮਹਾਰਾਜ, ਬਚਪਨ ਤੋਂ ਲੈ ਕੇ ਮੈਂ ਇੱਥੇ ਇੰਨੀ ਟੋਕਰੀ ਢੋਈ, ਭਾਂਡੇ ਮਾਂਜੇ, ਸੇਵਾ ਕੀਤੀ, ਕਾਹਦੇ ਲਈ? ਵੀ ਸਿੱਖੀ ਦੀ ਪਦਵੀ ਮਿਲੇ ਮੈਨੂੰ, ਸਿੱਖੀ ਦੀ ਪਦਵੀ ਮਿਲੇ। ਮਹਾਰਾਜ ਤੁਸੀਂ ਜਿਹੜੀ ਚੀਜ਼ ਮੈਂ ਲੈਣ ਆਇਆ ਸੀ ਉਹ ਤਾਂ ਬਾਬਾ ਮੋਹਰੀ ਜੀ ਨੂੰ ਦੇਤੀ, ਗੁਰਤਾ ਗੱਦੀ ਮੈਨੂੰ ਦੇਤੀ। ਮੇਰੀ ਬੇਨਤੀ ਹੈ ਵੀ ਗੁਰਤਾ ਗੱਦੀ ਤੁਸੀਂ ਇਹਨਾਂ ਨੂੰ ਦੇ ਦਿਓ, ਸਿੱਖ ਦੀ ਪਦਵੀ ਮੈਨੂੰ ਦੇ ਦਿਓ। ਇੰਨੀ ਵੱਡੀ ਹੈ ਸਿੱਖੀ। 6ਵੇਂ ਪਾਤਸ਼ਾਹ ਨੇ ਜਾਂ 7ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਦਾਤ ਕੀਰਤਪੁਰ ਸਾਹਿਬ ਬਖਸ਼ਣ ਲੱਗੇ ਤਾਂ ਆਪਣੇ ਪੁੱਤਰ ਸੂਰਜਮਲ ਅਣੀ ਰਾਏ ਜੀ ਨੂੰ ਪੁੱਛਿਆ, ਬੇਟਾ ਅਸੀਂ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦੇਣ ਲੱਗੇ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਉਹ ਖੜੇ ਹੋ ਕੇ ਬਾਬਾ ਸੂਰਜਮਲ ਜੀ ਕਹਿਣ ਲੱਗੇ, ਮਹਾਰਾਜ ਪਿਤਾ ਜੀ ਸਾਨੂੰ ਜਦ ਦੇਣਾ ਸਿੱਖੀ ਬਖਸ਼ ਦਿਓ। ਸਤਿਗੁਰੂ ਜੀ ਐਂ ਸਜੇ ਹੋਏ ਸੀ, ਉੱਤਰ ਕੇ ਗੁਰਤਾ ਗੱਦੀ ਤੋਂ ਆ ਕੇ ਥੱਲੇ ਸੰਗਤ ਵਿੱਚ ਆਪਣੇ ਪੁੱਤਰ ਨੂੰ ਗਲਵੱਕੜੀ 'ਚ ਲਿਆ ਔਰ ਇਹ ਬਚਨ ਲਿਖਿਆ ਹੋਇਆ ਕਿ ਸਿੱਖੀ ਕੇ ਅਧੀਨ ਹੈ ਗੁਰਤਾ ਗੱਦੀ। ਪੁੱਤਰ ਤੂੰ ਸਾਡਾ ਮਨ ਜਿੱਤ ਲਿਆ, ਗੁਰਤਾ ਗੱਦੀ ਵੀ ਆਵੇਗੀ ਇਸ ਘਰ 'ਚ। ਫੇਰ 9ਵੇਂ ਪਾਤਸ਼ਾਹ ਕੋਲ, ਉਹਨਾਂ ਦਾ ਭਰਾ ਹੀ ਸੀ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੇ ਭਰਾਤਾ ਹੋਣ ਕਰਕੇ ਵੀ ਗੁਰਤਾ ਗੱਦੀ ਤੁਹਾਡੇ ਕੋਲ ਆਵੇਗੀ।